साखी का हिंदी वर्जन देखने के लिए डिस्क्रिप्शन देखें। आप मेरे महल विच चलो ताकि मैं आप जी दी सेवा कर सका। मैं एक साधु हाँ, मैं महला ਜਾਂ ਘਰਾਂ ਵਿੱਚ ਨਹੀਂ ਰਹਿੰਦਾ। ਇਹ ਕੀ ਗੱਲ ਕਹੀ। ਮਨਸੁਖ ਨੇ ਕਿਹਾ ਸੀ ਕਿ ਨਾਨਕ ਜੀ ਗ੍ਰਸਤੀ ਹਨ, ਉਹਨਾਂ ਦਾ ਭਰਿਆ ਪੁਰਿਆ ਪਰਿਵਾਰ ਹੈ ਤੇ ਇਹ ਸਾਧੂ ਕਹਿ ਰਿਹਾ ਹੈ ਕਿ ਇਹ ਜੋਗੀ ਹਨ। ਕਿ ਮੇਰਾ ਸ਼੍ਰੀ ਨਾਨਕ ਜੀ ਨਾਲ ਪ੍ਰੇਮ ਵੇਖ ਕੇ ਕੋਈ ਮੇਰੇ ਨਾਲ ਧੋਖਾ ਕਰ ਰਿਹਾ ਹੈ। ਇਹਨਾਂ ਨੂੰ ਬਾਗ ਵਿੱਚ ਆਰਾਮ ਨਾਲ ਰਹਿਣ ਦਿਓ। ਚਲੋ ਮਹਾਰਾਣੀ ਜੀ, ਆਪਾਂ ਆਪਣੇ ਮਹਿਲ ਵਿੱਚ ਚਲਦੇ ਹਾਂ। ਮਹਿਲ ਵਿੱਚ ਰਾਜਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਸੀ। ਮਹਾਰਾਜ ਜੀ, ਮੈਂ ਆਪ ਜੀ ਨੂੰ ਕਿਹਾ ਸੀ ਕਿ ਰਾਜ ਪੁਰੋਹਿਤ ਨੂੰ ਜ਼ਿਆਦਾ ਭਾਰ ਨਾ ਦਵੋ, ਉਹਨਾਂ ਨੂੰ ਤਾਂ ਬਹਿਸ ਕਰਨ ਦੀ ਆਦਤ ਏ। ਆਪ ਦਿਨ ਵਿੱਚ ਆਪਣੇ ਰਾਜ ਤੇ ਧਿਆਨ ਕਰੋ ਤੇ ਰਾਤ ਵਿੱਚ ਆਪਣੇ ਗੁਰੂ ਦਾ ਸਿਮਰਨ ਕਰੋ। ਆਪ ਦਾ ਦਿਲ ਤਾਂ ਬੜਾ ਨਰਮ ਤੇ ਦਿਆਲੂ ਹੈ। ਜਿੰਨੀ ਆਪ ਰਾਜ ਪੁਰੋਹਿਤ ਨਾਲ ਬਹਿਸ ਕਰੋਗੇ, ਆਪ ਦਾ ਦਿਮਾਗ ਉਨਾ ਹੀ ਉਲਝ ਜਾਵੇਗਾ। ਦੇਖਿਆ ਨਹੀਂ, ਆਪ ਬਿਨਾਂ ਕੁਝ ਸੋਚੇ ਸਮਝੇ ਉਸ ਸਾਧੂ ਦੇ ਪੈਰਾਂ ਵਿੱਚ ਡਿੱਗ ਗਏ। ਉਹ ਸਾਧੂ ਨਾਨਕ ਨਹੀਂ ਹੋ ਸਕਦੇ। ਉਹਨਾਂ ਵਿੱਚ ਉਹ ਮਹਿਕ ਹੀ ਨਹੀਂ ਜਿਸ ਮਹਿਕ ਦੀ ਗੱਲ ਮਨਸੁਖ ਕਰ ਰਹੇ ਸਨ। ਜਿੰਨੀ ਸ਼ਾਂਤੀ ਸ਼੍ਰੀ ਨਾਨਕ ਜੀ ਦੇ ਨਾਮ ਨਾਲ ਮਹਿਸੂਸ ਹੁੰਦੀ ਏ, ਉਨੀ ਹੀ ਅਸ਼ਾਂਤੀ ਮੈਨੂੰ ਉਸ ਸਾਧੂ ਦੇ ਸਾਹਮਣੇ ਜਾਣ ਤੇ ਹੋਈ। ਜੇਕਰ ਤੁਸੀਂ ਕਹੋ ਤਾਂ ਮੈਂ ਉਸ ਸਾਧੂ ਦੀ ਅਸਲੀਅਤ ਇੱਕ ਪਲ ਭਰ ਵਿੱਚ ਕੱਢ ਸਕਦੀ ਹਾਂ। ਮੈਂ ਜਾਣਦੀ ਹਾਂ ਕਿ ਉਹ ਨਾਨਕ ਨਹੀਂ ਹੈ। ਲੱਗਦਾ ਹੈ ਰਾਜ ਪੁਰੋਹਿਤ ਨਾਲ ਬਹਿਸ ਕਰਕੇ ਮੇਰਾ ਦਿਮਾਗ ਭ੍ਰਸ਼ਟ ਹੋ ਗਿਆ ਹਨ। ਨਹੀਂ ਤਾਂ ਕਿ ਮੈਂ ਇਹ ਜਿਹਾ ਹੋ ਸਕਦਾ ਸੀ ਕਿ ਮੈਂ ਆਪਣੇ ਗੁਰੂ ਦੇ ਛੋਹ ਨਾ ਪਹਿਚਾਨ ਪਾਵਾਂ। ਮੈਨੂੰ ਲੱਗਦਾ ਹੈ ਤੁਹਾਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਵਿਅਕਤੀ ਕੌਣ ਹੈ। ਦਾਸੀ, ਉਸ ਵਿਅਕਤੀ ਨੂੰ ਸ਼ਰਾਬ ਅਤੇ ਮਾਸ ਦਾ ਸੇਵਨ ਕਰਾਓ, ਉਸ ਦੇ ਸਾਹਮਣੇ ਨ੍ਰਿਤਕੀਆਂ ਨੂੰ ਨਚਾਓ ਤਾਂ ਕਿ ਆਪਾਂ ਵੀ ਜਾਣ ਸਕੀਏ ਕਿ ਉਸ ਦੀ ਅਸਲੀਅਤ ਕੀ ਹੈ। ਇਸ ਘਟਨਾ ਤੋਂ ਬਾਅਦ ਰਾਜਾ ਸ਼ਿਵਨਾਗ ਹੋਰ ਵੀ ਪਰੇਸ਼ਾਨ ਹੋ ਗਿਆ। ਤਾਂ ਇੱਕ ਦਾਸੀ ਆਈ ਤੇ ਉਸਨੇ ਦੱਸਿਆ, ਮਹਾਰਾਣੀ ਜੀ, ਉਹ ਸਾਧੂ ਇੱਕ ਬੇਰੁਪਿਆ ਸੀ। ਇਹ ਤਾਂ ਪਰੇਸ਼ਾਨੀ ਹੋ ਗਈ। ਲੋਕੀ ਇਹ ਮੰਨਣ ਲੱਗ ਗਏ ਹਨ ਕਿ ਸਾਡਾ ਪ੍ਰੇਮ ਸ਼੍ਰੀ ਨਾਨਕ ਜੀ ਲਈ ਇੱਕ ਪਾਗਲਪਨ ਹਨ, ਇੱਕ ਭ੍ਰਮ ਹੈ ਤੇ ਇਸ ਗੱਲ ਦਾ ਫਾਇਦਾ ਉਠਾ ਕੇ ਸਾਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਇਸ ਨੂੰ ਰੋਕਣਾ ਹੀ ਪਏਗਾ। ਕਿਉਂ ਅਤੇ ਕਿਵੇਂ? ਕਿਉਂਕਿ ਜਦੋਂ ਸਾਡੇ ਗੁਰੂ ਸੱਚ ਵਿੱਚ ਆਣਗੇ ਤੇ ਅਸੀਂ ਉਹਨਾਂ ਦੇ ਪ੍ਰੇਮ ਵਿੱਚ, ਉਹਨਾਂ ਦੇ ਚਰਨਾਂ ਵਿੱਚ ਡਿੱਗ ਜਾਵਾਂਗੇ। ਉਸ ਸਮੇਂ ਸਾਡੇ ਦਿਮਾਗ ਵਿੱਚ ਗੁਰੂ ਪ੍ਰੇਮ ਦੇ ਇਲਾਵਾ ਕੋਈ ਹੋਰ ਭਰਮ ਨਹੀਂ ਹੋਣਾ ਚਾਹੀਦਾ ਹੈ। ਪਰ ਹੁਣ ਸਾਡੇ ਦਿਮਾਗ ਵਿੱਚ ਇੱਕ ਭਰਮ ਆ ਗਿਆ ਹੈ। ਹੁਣ ਜਿਹੜਾ ਵੀ ਕੋਈ ਆਏਗਾ ਤਾਂ ਸਾਨੂੰ ਉਸ ਦੀ ਪਰੀਖਿਆ ਲੈਣੀ ਪਵੇਗੀ ਅਤੇ ਉਸ ਦੇ ਬਾਅਦ ਹੀ ਅਸੀਂ ਉਸ ਦੇ ਚਰਨਾਂ ਵਿੱਚ ਡਿੱਗਾਂਗੇ। ਅਗਰ ਇਹ ਜਿਹਾ ਨਹੀਂ ਕਰਾਂਗੇ ਤੇ ਦੋ ਗੱਲਾਂ ਹੋਣਗੀ। ਪਹਿਲੀ, ਜਦੋਂ ਅਸਲੀਅਤ ਵਿੱਚ ਸਾਡੇ ਗੁਰੂ ਸਾਹਮਣੇ ਆਣਗੇ, ਉਸ ਸਮੇਂ ਅਸੀਂ ਇਸ ਗੱਲ ਦੇ ਲਈ ਤਿਆਰ ਨਹੀਂ ਹੋਵਾਂਗੇ ਕਿ ਉਹ ਸਾਡੇ ਗੁਰੂ ਹਨ, ਕੋਈ ਤੀਜਾ ਨਹੀਂ। ਤਾਂ ਅਸੀਂ ਅਣਜਾਣੇ ਵਿੱਚ ਉਹਨਾਂ ਦਾ ਅਨਾਦਰ ਕਰ ਦੇਵਾਂਗੇ। ਦੂਜਾ, ਜਦੋਂ ਅਸੀਂ ਉਹਨਾਂ ਦੇ ਚਰਨਾਂ ਵਿੱਚ ਡਿੱਗ ਜਾਵਾਂਗੇ ਅਤੇ ਸਾਡੇ ਮਨ ਵਿੱਚ ਜਰਾ ਵੀ ਸ਼ੰਕਾ ਹੋਵੇਗੀ ਤਾਂ ਸਾਨੂੰ ਉਹਨਾਂ ਦੇ ਚਰਨਾਂ ਵਿੱਚ ਡਿੱਗਣ ਦਾ ਜੋ ਆਨੰਦ ਆਉਣਾ ਚਾਹੀਦਾ ਹੈ, ਉਹ ਆਨੰਦ ਅਸੀਂ ਨਹੀਂ ਲੈ ਪਾਵਾਂਗੇ। ਅਤੇ ਨਾਲ ਹੀ ਕੀ ਪਤਾ ਸਾਡੇ ਗੁਰੂ ਇਸ ਗੱਲ ਦਾ ਬੁਰਾ ਮੰਨ ਜਾਣ। ਮੈਂ ਆਪ ਜੀ ਦੀ ਪਹਿਲੀ ਗੱਲ ਨਾਲ ਤਾਂ ਸਹਿਮਤ ਹਾਂ, ਪਰ ਦੂਜੀ ਨਾਲ ਨਹੀਂ, ਕਿਉਂਕਿ ਸਾਡੇ ਗੁਰੂ ਪ੍ਰੇਮ ਨਾਲ ਭਰੇ ਹਨ। ਇਸ ਲਈ ਸਾਡੀ ਕੋਈ ਵੀ ਭੁੱਲ ਚੁੱਕ ਨੂੰ ਉਹ ਜ਼ਰੂਰ ਮਾਫ ਕਰ ਦੇਣਗੇ। ਇੰਨੇ ਵਿੱਚ ਹੀ ਇੱਕ ਸਿਪਾਹੀ ਰਾਜੇ ਦੇ ਕੋਲ ਆਇਆ। ਮਹਾਰਾਜ ਕੀ ਜੈ ਹੋਵੇ। ਮਹਾਰਾਜ ਠਿਠੋਲੀਆ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ। ਠਿਠੋਲੀਆ? ਅਤੇ ਇਸ ਸਮੇਂ? ਮਹਾਰਾਜ, ਸਾਡੇ ਰਾਜ ਦਾ ਠਠੋਲੀਆ ਬੜਾ ਬੁੱਧੀਮਾਨ ਏ, ਉਸ ਨਾਲ ਸਾਨੂੰ ਮਿਲਣਾ ਚਾਹੀਦਾ ਏ। ਠੀਕ ਹੈ ਚੰਦਰਕਲਾ। ਮਹਾਰਾਜ, ਮੈਂ ਸੁਣਿਆ ਹੈ ਕਿ ਆਪ ਜੀ ਨਾਲ ਧੋਖਾ ਹੋਇਆ ਹੈ। ਇਹ ਧੋਖਾ ਅੱਜ ਤੋਂ ਨਹੀਂ, ਬੜੇ ਪਹਿਲਾਂ ਤੋਂ ਹੀ ਭੋਲੀ ਭਾਲੀ ਜਨਤਾ ਤੋਂ ਕੀਤਾ ਜਾ ਰਿਹਾ ਹੈ। ਜੇਕਰ ਇਹ ਜਿਹੇ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਗਈ, ਇਹ ਜਿਹੇ ਲੋਕਾਂ ਦੇ ਹੌਸਲੇ ਵੱਧ ਜਾਵਾਂਗੇ। ਆਪ ਜੀ ਨੂੰ ਉਸ ਧੋਖੇਬਾਜ਼ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਤੁਸੀਂ ਸਹੀ ਕਹਿ ਰਹੇ ਹੋ, ਮੈਨੂੰ ਧੋਖਾ ਦਿया ਗਿਆ ਹੈ, ਪਰ ਉਸ ਦੁਸ਼ਟ ਲਈ ਮੇਰੀ ਸਜ਼ਾ, ਮੇਰੀ ਮਾਫੀ ਹੈ। ਮਹਾਰਾਜ, ਆਪ ਨੇ, ਰਾਜ ਪੁਰੋਹਿਤ ਨੇ ਅਤੇ ਮੈਂ ਨੇ ਇਕੱਠੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਪਰ ਹੁਣ ਆਪ ਜੀ ਦਾ ਵਿਸ਼ਵਾਸ ਬਦਲ ਚੁੱਕਾ ਹੈ। ਜਿੱਥੋਂ ਤੱਕ ਮੈਂ ਦੇਖਦਾ ਹਾਂ, ਇਹ ਸਭ ਕੁਝ ਆਪ ਦੇ ਨਾਨਕ ਲਈ ਪ੍ਰੇਮ ਦੇ ਕਾਰਨ ਹੋਇਆ ਹੈ। ਆਪ ਦਾ ਵਿਸ਼ਵਾਸ ਆਪ ਦਾ ਅਧਿਕਾਰ ਹੈ। ਜੋ ਕੱਲ ਹੋਇਆ ਉਹ ਬੜਾ ਬੁਰਾ ਹੋਇਆ। ਮੈਂ ਉਸ ਦੁਸ਼ਟ ਨੂੰ ਜੇਲ੍ਹ ਵਿੱਚ ਪਾ ਦਿੱਤਾ ਹੈ। ਜੇ ਤੁਸੀਂ ਮੈਨੂੰ ਆਗਿਆ ਦੇਵੋ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
ਨਹੀਂ ਮੰਤਰੀ ਜੀ, ਉਸ ਦੁਸ਼ਟ ਨੂੰ ਮੈਨੂੰ ਧੋਖਾ ਦਿੱਤਾ ਹੈ, ਨਾ ਕਿ ਮੇਰੀ ਜਨਤਾ ਨੂੰ। ਉਹ ਮੇਰਾ ਦੋਸ਼ੀ ਹੈ, ਨਾ ਦੀ ਜਨਤਾ ਦਾ। ਮਹਾਰਾਜ, ਆਪ ਜੀ ਨੂੰ ਗੁਰੂ ਪ੍ਰੇਮ ਨੂੰ ਬਹੁਤ ਨੀਵਾ ਬਣਾ ਦਿੱਤਾ ਹੈ, ਪਰ ਜੇਕਰ ਧੋਖੇਬਾਜ਼ ਨੂੰ ਧੋਖੇ ਦੀ ਸਜ਼ਾ ਨਹੀਂ ਦਿੱਤੀ ਗਈ ਤਾਂ ਉਹਨਾਂ ਦੇ ਹੌਸਲੇ ਬੁਲੰਦ ਹੋ ਜਾਣਗੇ ਤੇ ਫਿਰ ਤੋਂ ਉਹ ਇਹ ਕਰਨ ਦਾ ਦੁਸਾਹਸ ਕਰਨਗੇ। ਮੈਂ ਜਾਣਦਾ ਹਾਂ ਕਿ ਧਰਮ ਤੇ ਨਾਮ ਤੇ ਸਦੀਆਂ ਤੋਂ ਹੀ ਧੋਖਾ ਚੱਲਿਆ ਆ ਰਿਹਾ ਹੈ, ਪਰ ਮੈਂ ਆਪਣੇ ਵਿਸ਼ਵਾਸ ਲਈ ਲੋਕਾਂ ਨੂੰ ਕਸ਼ਟ ਜਾਂ ਸਜ਼ਾ ਨਹੀਂ ਦੇ ਸਕਦਾ। ਆਪ ਉਸ ਦੁਸ਼ਟ ਨੂੰ ਰਿਹਾ ਕਰ ਦਿਓ, ਪਰ ਜੇਕਰ ਕੋਈ ਆਪਣੇ ਆਪ ਨੂੰ ਮੇਰਾ ਗੁਰੂ ਕਹੇ ਤਾਂ ਉਸ ਦੀ ਘੋਰ ਪ੍ਰੀਖਿਆ ਲਈ ਜਾਵੇ। ਜੇਕਰ ਮੇਰੇ ਗੁਰੂ ਆਨ ਤਾਂ ਹੀ ਮੈਨੂੰ ਸੰਦੇਸ਼ ਪਹੁੰਚਾਇਆ ਜਾਵੇ। ਮਹਾਰਾਜ, ਮੈਂ ਆਪ ਜੀ ਦਾ ਸੇਵਕ ਹਾਂ, ਮੇਰਾ ਕੰਮ ਆਪ ਜੀ ਨੂੰ ਖੁਸ਼ ਰੱਖਣਾ ਹੈ, ਪਰ ਹੁਣ ਆਪ ਗੁਰੂ ਪ੍ਰੇਮ ਵਿੱਚ ਹੋ, ਹੁਣ ਆਪ ਨੂੰ ਕਿਸੇ ਠਿਠੋਲੀਏ ਦੀ ਜ਼ਰੂਰਤ ਨਹੀਂ ਹੈ। ਇਸ ਪਿੱਛੋਂ ਵਾਦ ਵਿਵਾਦ ਖਤਮ ਹੋ ਗਿਆ। ਦਿਨ ਬੀਤਦੇ ਗਏ। ਕਈ ਨਕਲੀ ਸਾਧੂ ਅਤੇ ਪਖੰਡੀ ਆਪਣੇ ਆਪ ਨੂੰ ਗੁਰੂ ਨਾਨਕ ਦੱਸ ਕੇ ਰਾਜ ਵਿੱਚ ਆਏ, ਪਰ ਸਾਰੇ ਪਖੰਡੀ ਆਪਣੇ ਚਰਿੱਤਰ ਦੋਸ਼ ਕਾਰਨ ਪਹਿਚਾਨੇ ਗਏ। ਇੱਕ ਦਿਨ ਰਾਜਾ ਚੰਦਰਕਲਾ ਦੇ ਨਾਲ ਸਮੁੰਦਰ ਦੇ ਕਿਨਾਰੇ ਬੈਠਾ ਸੀ ਕਿ ਉਸ ਵਕਤ ਉੱਥੇ ਮੰਤਰੀ ਜੀ ਆ ਗਏ। ਮਹਾਰਾਜ ਦੀ ਜੈ ਹੋਵੇ। ਮਹਾਰਾਜ, ਰਾਜ ਵਿੱਚ 3 ਦਿਨਾਂ ਤੋਂ ਇੱਕ ਸੰਤ ਆਏ ਹੋਏ ਹਨ ਤੇ ਉਹ ਇੱਕ ਇਕਾਂਤਵਾਸ ਵਿੱਚ ਡੇਰਾ ਲਗਾ ਕੇ ਰਹਿ ਰਹੇ ਹਨ। ਹੁਣ ਤੱਕ ਕੋਈ ਵੀ ਐਸਾ ਸੰਤ ਜਾਂ ਸਾਧੂ ਆਪਣੇ ਰਾਜ ਵਿੱਚ ਨਹੀਂ ਆਇਆ। ਉਹਨਾਂ ਨਾਲ 2 ਹੋਰ ਵਿਅਕਤੀ ਹਨ। ਬਾਗ ਦੇ ਮਾਲੀ ਨੇ ਕਿਹਾ, ਜਦੋਂ ਤੇ ਉਹ ਸੰਤ ਇਸ ਬਾਗ ਵਿੱਚ ਆਏ ਹਨ ਉਦੋਂ ਤੋਂ ਸੁੱਕੇ ਪੱਤੇ ਹਰੇ ਹੋ ਗਏ, ਹੁਣ ਫੁੱਲ ਖਿਲ ਰਹੇ ਹਨ। ਇਹ ਨਹੀਂ, ਜਦੋਂ ਤੋਂ ਉਹ ਸੰਤ ਆਏ ਹਨ ਉਹਨਾਂ ਨੇ ਭੋਜਨ ਵੀ ਨਹੀਂ ਕੀਤਾ। ਸਾਥੀਆਂ ਨੇ ਤੇ ਭੋਜਨ ਖਾਇਆ ਹੈ, ਪਰ ਉਸ ਸੰਤ ਨੇ ਨਹੀਂ ਖਾਦਾ। 3 ਦਿਨਾਂ ਤੱਕ ਭੋਜਨ ਨਾ ਕਰਨ ਪਿੱਛੋਂ ਵੀ ਉਸ ਸੰਤ ਦੀ ਸਿਹਤ ਜਿਉਂ ਦੀ ਤਿਉਂ ਹੈ। ਜੋ ਵੀ ਵਿਅਕਤੀ ਉਸ ਸੰਤ ਦੀ ਪ੍ਰੀਖਿਆ ਲੈਣ ਜਾ ਰਿਹਾ ਹੈ ਉਹ ਇਹੀ ਭੁੱਲ ਜਾਂਦਾ ਹੈ ਕਿ ਉਸਨੇ ਕੀ ਪ੍ਰੀਖਿਆ ਲੈਣੀ ਹੈ। ਇਹ ਦੇਖ ਕੇ ਬੜੀ ਖੁਸ਼ੀ ਮਿਲ ਰਹੀ ਹੈ। ਜੇਕਰ ਉਹਨਾਂ ਨੂੰ ਕੋਈ ਦੂਰ ਤੋਂ ਵੀ ਦੇਖਦਾ ਹੈ ਤਾਂ ਵੀ ਉਹ ਕੁਝ ਨਹੀਂ ਕਹਿੰਦੇ, ਸਿਰਫ ਉਹਨਾਂ ਦੇ ਸਾਹਮਣੇ ਸਰ ਝੁਕ ਜਾਂਦੇ ਹਨ। ਜੋ ਵੀ ਉਹਨਾਂ ਦੇ ਚਰਨਾਂ ਨੂੰ ਛੂੰਦਾ ਹੈ ਉਸ ਦੇ ਮੂੰਹ ਤੋਂ ਈਸ਼ਵਰ ਦਾ ਨਾਮ ਨਿਕਲਦਾ ਹੈ ਤੇ ਜਦੋਂ ਲੋਕ ਉਹਨਾਂ ਦੇ ਦਰਸ਼ਨ ਕਰਕੇ ਵਾਪਸ ਆਉਂਦੇ ਹਨ ਤਾਂ ਉਹਨਾਂ ਦੀ ਅੱਖਾਂ ਵਿੱਚ ਹੰਝੂ ਭਰ ਜਾਂਦੇ ਹਨ। ਜੋ ਵੀ ਉਹਨਾਂ ਨੂੰ ਕੁਝ ਕਹਿੰਦਾ ਹੈ ਉਹਨਾਂ ਦਾ ਜਵਾਬ ਇਹੀ ਹੁੰਦਾ ਹੈ, ਆਪਣੇ ਈਸ਼ਵਰ ਨੂੰ ਯਾਦ ਰੱਖੋ। ਕੁਝ ਨਹੀਂ ਕਹਿੰਦੇ? ਨਹੀਂ, ਉਹ ਚੁੱਪਚਾਪ ਹੀ ਰਹਿੰਦੇ ਹਨ। ਉਹ ਕਿਸੇ ਵੀ ਬਾਤ ਦਾ ਉੱਤਰ ਨਹੀਂ ਦੇ ਰਹੇ। ਅੱਜ ਮੈਂ ਤੇ ਠਿਠੋਲੀਆ ਉੱਥੇ ਗਏ ਸੀ। ਠਿਠੋਲੀਆ ਉਹਨਾਂ ਦੇ ਦਰਸ਼ਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਉੱਥੇ ਹੀ ਬਹਿ ਗਿਆ। ਠਿਠੋਲੀਆ ਕਹਿ ਰਿਹਾ ਸੀ ਕਿ ਇਹ ਸੰਤਾਂ ਸਾਖਸ਼ਾਤ ਈਸ਼ਵਰ ਹਨ। ਜਾਓ ਤੇ ਤੁਸੀਂ ਰਾਜੇ ਨੂੰ ਕਹੋ ਬਿਨਾਂ ਕਿਸੇ ਸੰਸ਼ਾ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਵੇ। ਮੈਂ ਤਾਂ ਬੁੱਧ ਨੂੰ ਮੰਨਦਾ ਹਾਂ, ਪਰ ਮੈਨੂੰ ਵੀ ਇਸ ਸੰਤ ਵਿੱਚ ਈਸ਼ਵਰ ਦੇ ਦਰਸ਼ਨ ਹੋ ਰਹੇ ਹਨ। ਮੈਂ ਵੀ ਠਿਠੋਲੀਏ ਦੀ ਗੱਲ ਨਾਲ ਸਹਿਮਤ ਹਾਂ। ਮੈਂ ਵੀ ਅਜਿਹਾ ਸੰਤ ਨੂੰ ਪਹਿਲਾਂ ਕਦੇ ਨਹੀਂ ਵੇਖਿਆ। ਉਹ ਇਸ ਸੰਸਾਰ ਤੇ ਨਹੀਂ ਲੱਗਦੇ। ਮੇਰਾ ਦਿਮਾਗ ਕਹਿੰਦਾ ਹੈ ਕਿ ਉਹ ਸਰ ਦੀ ਦੁਨੀਆ ਦੇ ਹਨ। ਮਹਾਰਾਜ, ਇੱਥੋਂ ਤੱਕ ਕਿ ਨ੍ਰਿਤਕੀਆਂ ਉਹਨਾਂ ਨੂੰ ਵਿਚਲਿਤ ਕਰਨ ਗਈ ਸੀ ਤਾਂ ਵੀ ਉਹ ਪਰੇਸ਼ਾਨ ਨਹੀਂ ਹੋਏ ਅਤੇ ਉਹ ਸੰਤ ਕਹਿਣ ਲੱਗੇ, ਈਸ਼ਵਰ ਦੇ ਗੀਤ ਗਾਓ ਅਤੇ ਉਹਨਾਂ ਦਾ ਨਾਮ ਲਓ। ਮਹਾਰਾਜ, ਬਾਗ ਦਾ ਵਾਤਾਵਰਣ ਈਸ਼ਵਰੀ ਹੈ। ਹੁਣ ਕੁਝ ਸੋਚਣੇ ਜਾਂ ਭਰਮ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਜ਼ਰੂਰ ਉਹੀ ਹਨ ਜਿਹੋ ਮਨਸੁਖ ਨੇ ਤੁਹਾਨੂੰ ਦੱਸਿਆ ਸੀ। ਰਾਜਾ ਭਾਵੁਕ ਹੋ ਚੁੱਕਿਆ ਸੀ। ਉਹ ਮੰਤਰੀ ਨੂੰ ਕਹਿਣ ਲੱਗਾ, ਮੈਂ ਕਿੰਨਾ ਪਾਪੀ ਹਾਂ ਜੋ ਮੈਂ ਆਪਣੇ ਗੁਰੂ ਦੀ ਪ੍ਰੀਖਿਆ ਲਈ। ਮੇਰੇ ਗੁਰੂ ਨਾਨਕ ਆ ਗਏ ਮੇਰੇ ਗੁਰੂ ਨਾਨਕ। ਪਤਾ ਨਹੀਂ ਮੇਰੇ ਗੁਰੂ ਨਾਨਕ ਮੈਨੂੰ ਮਾਫ ਕਰਨਗੇ ਜਾਂ ਨਹੀਂ। ਮਹਾਰਾਜ, ਉਹਨਾਂ ਦਾ ਦਿਲ ਸਮੁੰਦਰ ਜਿੰਨਾ ਵੱਡਾ ਹੈ। ਉਹ ਜ਼ਰੂਰ ਆਪ ਜੀ ਨੂੰ ਮਾਫ ਕਰ ਦੇਣਗੇ। ਮਹਾਰਾਜ ਗੁਰੂ ਜੀ ਦੇ ਦਰਸ਼ਨ ਕਰਨ ਲਈ ਏਦਾਂ ਭੱਜੇ ਜਿਵੇਂ ਗਾਂ ਪਿੱਛੇ ਵੱਛਾ ਭੱਜਦਾ ਹੈ। ਗੁਰੂ ਜੀ ਦੀਆਂ ਅੱਖਾਂ ਬੰਦ ਸਨ। ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਤਾਂ ਰਾਜਾ ਉਹਨਾਂ ਦਾ ਤੇਜ ਸਹਿਣ ਨਾ ਕਰ ਸਕਿਆ। ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ। ਰਾਜਾ ਕੁਝ ਗੁਰੂ ਜੀ ਨੂੰ ਕਹਿਣਾ ਚਾਹੁੰਦਾ ਸੀ, ਪਰ ਖੁਸ਼ੀ ਦੇ ਮਾਰੇ ਉਹਨਾਂ ਦੀ ਜ਼ੁਬਾਨ ਤੋਂ ਕੁਝ ਵੀ ਨਹੀਂ ਨਿਕਲ ਰਿਹਾ ਸੀ। ਉਹ ਰੋਂਦੇ ਹੋਏ ਬੋਲੇ, ਓਹ ਮੇਰੇ ਨਾਨਕ, ਮੇਰੇ ਮਹਿਲ ਵਿੱਚ ਚਲੋ ਤਾਂ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਾਂ। ਗੁਰੂ ਜੀ ਕਹਿਣ ਲੱਗੇ, ਮੈਂ ਈਸ਼ਵਰ ਦੇ ਘਰ ਵਿੱਚ ਰਹਿ ਰਿਹਾ ਹਾਂ। ਰਾਜੇ ਨੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਤਾਂ ਗੁਰੂ ਜੀ ਕਹਿਣ ਲੱਗੇ, ਮੈਂ ਆਪਣੇ ਪੈਰਾਂ ਤੇ ਆਪ ਦੇ ਘਰ ਨਹੀਂ ਜਾਵਾਂਗਾ। ਮੇਰੇ ਕੋਲ ਆਪ ਦਾ ਦਿੱਤਾ ਸਭ ਕੁਝ ਹੈ, ਹਾਥੀ, ਘੋੜੇ, ਪਾਲਕੀ। ਦੱਸੋ ਆਪ ਕਿਸ ਤੇ ਆਓਗੇ? ਗੁਰੂ ਜੀ ਕਹਿਣ ਲੱਗੇ, ਮੈਂ ਹਾਥੀ, ਘੋੜੇ ਤੇ ਨਹੀਂ, ਕਿਸੇ ਆਦਮੀ ਤੇ ਬੈਠ ਕੇ ਜਾਵਾਂਗਾ।
ਆਦਮੀ ਤਾਂ ਵੱਡੇ ਹਨ। ਦੱਸੋ ਕਿਸ ਸੇਵਕ ਤੇ ਬੈਠ ਕੇ ਆਪ ਜੀ ਮੇਰੇ ਮਹਿਲ ਚੱਲੋਗੇ? ਮੈਂ ਇਸ ਦੇਸ਼ ਦੇ ਰਾਜੇ ਦੀ ਪਿੱਠ ਤੇ ਬੈਠ ਕੇ ਜਾਵਾਂਗਾ। ਮੈਂ ਕਦੋਂ ਤੋਂ ਆਪ ਜੀ ਦੀ ਰਾਹ ਦੇਖ ਰਿਹਾ ਸੀ। ਮੈਂ ਆਪਣੀ ਪੀਠ ਤੇ ਆਪ ਨੂੰ ਬਿਠਾ ਕੇ ਲੈ ਜਾਵਾਂਗਾ। ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਸ਼ਹਿਰ ਵਿੱਚ ਇੱਕ ਗੁਰਦੁਆਰਾ ਬਣਾਓ, ਮੈਂ ਉੱਥੇ ਹੀ ਆਵਾਂਗਾ। ਰਾਜਾ ਇਹ ਸੁਣ ਕੇ ਬਹੁਤ ਪ੍ਰਸੰਨ ਹੋ ਗਿਆ। ਉਸਨੇ ਸੈਂਕੜੇ ਮਜ਼ਦੂਰ ਲਗਾ ਕੇ ਇੱਕ ਸੁੰਦਰ ਗੁਰਦੁਆਰਾ ਬਣਵਾਇਆ। ਗੁਰਦੁਆਰਾ ਬਣਾਉਣ ਪਿੱਛੋਂ ਰਾਜਾ ਬਾਗ ਵਿੱਚ ਪਹੁੰਚਿਆ। ਰਾਜੇ ਅਤੇ ਰਾਣੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ। ਠਠੋਲੀਆ ਵੀ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ। ਗੁਰੂ ਜੀ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ। ਰਾਜ ਪੁਰੋਹਿਤ ਵੀ ਆਏ ਅਤੇ ਗੁਰੂ ਜੀ ਦੇ ਸਾਹਮਣੇ ਤਰਕ ਕੀਤੇ, ਪਰ ਅਖੀਰਕਾਰ ਉਹਨਾਂ ਨੇ ਵੀ ਗੁਰੂ ਜੀ ਦੇ ਸਾਹਮਣੇ ਆਪਣਾ ਸਿਰ ਝੁਕਾ ਦਿੱਤਾ ਅਤੇ ਗੁਰੂ ਜੀ ਆਪਣੇ ਗਿਆਨ ਦਾ ਪ੍ਰਕਾਸ਼ ਫੈਲਾਉਣ ਲਈ ਅੱਗੇ ਚਲੇ ਗਏ। ਸਤਿਨਾਮ ਸ਼੍ਰੀ ਵਾਹਿਗੁਰੂ।